मैं कहना 6 साल मैं भड़किया उस थां ते भड़कन की थां ते वो गोली कांड करने वाले मेरे सामने अनेकों वार लंघे आ, उन्होंने टपाया हुंदा 2-4 साल जेल चलाए हुंदे तो अज संतुष्टि हुंदी भी असीं बेअदबी वाले नूं गोली वाले नूं टपाता। चरणजीत शर्मे नूं चैलेंज करदा कि वो साबित कर दे कि मेरे पिता जी कोले कोई हथियार भी सीगा। सिद्धू साहब कल्ले प्रधान नहीं लाए, नाल 4 कार्यकारी प्रधान लाए आ। जे आपां कहीए मंदबुद्धि नूं घरों तोरना, ਉਹਦੇ ਨਾਲ 2 घर दे तोर दिंदे आ। कल्ला सुखराज सिंह ही इस बेअदबी तो पीड़ित नहीं आ। पंजाब दे विच 500 तो वध वार बेअदबी हो चुकी है। अजीत सिंह नूं जख्मी होए नूं तूं ठुड्डे मार रहा, सैनी नूं किवें दोषी साबित करूगा जिहड़ा अज तक सैनी नूं जमानत कराउंदा आ। ਤੁਹਾਨੂੰ ਲੱਗਦਾ ਵੀ ਦਰਦ ਹੈਗਾ ਵਾਕਿਆ ਦੇ ਵਿੱਚ? ਉਮੀਦ ਤਾਂ ਹੋਊਗੀ ਸਿੱਧੂ ਸਾਹਿਬ ਤੋਂ। ਸਰਕਾਰ ਚਾਹਵੇ ਤਾਂ ਥੋੜੇ ਦਿਨਾਂ ਦੇ ਵਿੱਚ ਚਰਨਜੀਤ ਸ਼ਰਮੇ ਨੂੰ ਸਜ਼ਾ ਹੋ ਸਕਦੀ ਆ। ਬੱਸਾਂ ਨੂੰ ਅੱਗਾ ਲਾਉਂਦਾ, ਜਿਪਸੀ ਨੂੰ ਅੱਗਾ ਲਾਉਂਦੇ ਆ। ਸੋ ਉਸ ਟਾਈਮ ਦੇ ਝੂਠੇ ਸਬੂਤ ਜਿਹੜੇ ਕਬੂਲ ਚੁੱਕਿਆ, ਜਿਹੜੇ ਇਹਨਾਂ ਨੇ ਬਣਾਏ ਆ, ਅੱਜ ਉਹਨਾਂ ਨੂੰ ਇਹ ਕਹਿੰਦਾ ਕਿ ਉੱਥੇ ਲੋਕਾਂ ਨੇ ਕੀਤਾ ਸੀ। ਜਿਨ੍ਹਾਂ ਨੇ ਉਸ ਟਾਈਮ ਇਹ ਕਿਹਾ ਸੀਗਾ ਕਿ ਰੁਪਿੰਦਰ ਜਸਵਿੰਦਰ ਵਰਗੇ ਦੋਸ਼ੀ ਆ। ਸਿੱਖਾਂ ਤੇ ਮਰਨ ਦੀ ਗੱਲ ਕੀਤੀ ਸੀ। ਜਿਸ ਹਿਸਾਬ ਨਾਲ ਇਹਨਾਂ ਨੇ ਨਿਯੁਕਤੀਆਂ ਕੀਤੀਆਂ, ਸੋ ਇਨਸਾਫ ਦੀ ਆਸ ਤਾਂ ਬਾਈ ਜੀ ਖਤਮ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਢਾਲੀਵਾਲ। ਜੇ ਪਿਛਲੀਆਂ ਚੋਣਾਂ ਦੀ ਗੱਲ ਕਰਦੇ ਹਾਂ, 2017 ਵਿਧਾਨ ਸਭਾ ਇਲੈਕਸ਼ਨ ਦੀ ਗੱਲ ਕਰਦੇ ਹਾਂ, ਤਾਂ ਇੱਕ ਮੁੱਦਾ ਉਹ ਬੜਾ ਛਾਇਆ ਰਿਹਾ ਤੇ ਉਹੀ ਮੁੱਦੇ ਨੂੰ ਲੈ ਕੇ ਚੋਣਾਂ ਵੀ ਹੋਈਆਂ ਤੇ ਉਹ ਮੁੱਦੇ ਨੂੰ ਲੈ ਕੇ ਕਾਂਗਰਸ ਸੱਤਾ ਦੇ ਵਿੱਚ ਹੀ ਆਈ। ਉਹ ਮੁੱਦਾ ਸੀ ਬੇਅਦਬੀ ਦਾ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦਾ ਜਿਹੜਾ ਇੱਕ ਵਾਅਦਾ ਕੀਤਾ ਗਿਆ ਸੀ, ਸਲਾਖਾਂ ਪਿੱਛੇ ਸਿੱਟਣ ਦਾ ਵਾਅਦਾ ਕੀਤਾ ਗਿਆ ਸੀ। ਪਰ ਜੇ ਅਸੀਂ 4.5 ਸਾਲ ਬੀਤ ਗਏ ਕਾਂਗਰਸ ਰਾਜ ਦੇ, ਉਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਨੇ। ਪਰ ਜੇ ਅਸੀਂ ਕਾਂਗਰਸ ਪ੍ਰਧਾਨ ਦੀ ਗੱਲ ਕਰਦੇ ਹਾਂ, ਨਵਜੋਤ ਸਿੰਘ ਸਿੱਧੂ ਦੀ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਫੇਰ ਪ੍ਰਸ਼ਨ ਚਿੰਨ੍ਹ ਖੜਾ ਕਰ ਦਿੱਤਾ ਗਾ ਪੰਜਾਬ ਦੇ ਮੁੱਖ ਮੰਤਰੀ ਤੇ। ਉਹਨਾਂ ਨੇ ਕਿਹਾ ਗਾ ਵੀ ਏਜੀ ਤੇ ਡੀਜੀ ਦੀ ਨਿਯੁਕਤੀਆਂ ਨੇ, ਜਿਹੜੇ ਪਰਿਵਾਰ ਨੇ, ਜਿਹੜੇ ਪਰਿਵਾਰਾਂ ਦੇ ਸ਼ਹੀਦ ਹੋਏ ਨੇ, ਉਹ ਪਰਿਵਾਰਾਂ ਦੇ ਜ਼ਖਮਾਂ ਦੇ ਉੱਤੇ ਨੂਣ ਭੁੱਕਿਆ ਗਾ। ਤੇ ਦੂਸਰੇ ਪਾਸੇ ਜੇ ਅਸੀਂ ਚਰਨਜੀਤ ਸਿੰਘ ਸ਼ਰਮੇ ਦੀ ਗੱਲ ਕਰਦੇ ਹਾਂ, ਚਰਨਜੀਤ ਸ਼ਰਮਾ ਦੀ ਗੱਲ ਹੁੰਦੀ ਹੈ, ਜਿਹੜੇ ਪੁਲਿਸ ਅਧਿਕਾਰੀ ਸੀ ਜਿਨ੍ਹਾਂ ਦੀ ਡਿਊਟੀ ਸੀ ਉੱਥੇ, ਉਹਨਾਂ ਦੇ ਉੱਤੇ ਵੀ ਬੜੇ ਸਵਾਲੀਆ ਚਿੰਨ੍ਹ ਖੜੇ ਹੋਏ ਨੇ, ਖਾਸ ਕਰਕੇ ਜਦੋਂ ਉਹਨਾਂ ਦੀ ਇੱਕ ਨਿੱਜੀ ਟੀਵੀ ਚੈਨਲ ਦੇ ਉੱਤੇ ਇੱਕ ਇੰਟਰਵਿਊ ਆਉਂਦੀ ਹੈ। ਇਸ ਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਮੌਜੂਦ ਰਹਿਣਗੇ ਸੁਖਰਾਜ ਸਿੰਘ, ਭਾਈ ਕ੍ਰਿਸ਼ਨ ਭਗਵਾਨ ਦੇ ਪੁੱਤਰ। ਸੁਖਰਾਜ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਧੰਨਵਾਦ। ਸੁਖਰਾਜ ਜੀ, ਸਭ ਤੋਂ ਪਹਿਲਾ ਸਵਾਲ ਤਾਂ ਹੋਊਗਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ। ਉਹਨਾਂ ਨੇ ਕੱਲ ਵੀ ਟਵੀਟ ਕੀਤਾ ਗਾ, ਲਗਾਤਾਰ ਬੋਲਦੇ ਆਏ ਨੇ। ਉਹਨਾਂ ਨੇ ਕਿਹਾ ਗਾ ਵੀ ਜਿਹੜੇ ਜ਼ਖਮੀ ਪਰਿਵਾਰ ਆ, ਜਿਹੜੀਆਂ ਏਜੀ ਤੇ ਡੀਜੀ ਦੀ ਨਿਯੁਕਤੀ ਹੋਈ ਆ, ਜ਼ਖਮੀ ਪਰਿਵਾਰਾਂ ਦੇ ਜ਼ਖਮਾਂ ਉੱਤੇ ਨੂਨ ਭੁੱਕ ਰਹੇ ਨੇ। ਮੁੱਖ ਮੰਤਰੀ ਨੂੰ ਵੀ ਕਿਹਾ, ਗ੍ਰਹਿ ਮੰਤਰੀ ਨੂੰ ਵੀ ਉਹ ਕਹਿ ਰਹੇ ਨੇ। ਤੁਹਾਨੂੰ ਕਿਵੇਂ ਲੱਗਦਾ ਗਾ ਵੀ ਸਿੱਧੂ ਸਾਹਿਬ ਇੱਕ ਪੋਲਿਟਿਕਸ ਖੇਡ ਰਹੇ ਨੇ ਕਿ ਵਾਕਿਆ ਦੇ ਵਿੱਚ ਕੋਈ ਦਰਦ ਹੈ? ਬਾਈ ਜੀ, ਪਹਿਲਾਂ ਤਾਂ ਮੈਂ ਇੱਥੇ ਗੱਲ ਕਹਿਣਾ ਵੀ ਜੇ ਦਰਦ ਵੋਟਾਂ ਦੇ ਪਿਛਲੇ ਦਿਨਾਂ 'ਚ ਆ ਕੇ ਝਲਕਦਾ ਜੀ, ਤਾਂ ਫਿਰ ਉਹ ਪੋਲਿਟਿਕਸ ਹੈ, ਉਹ ਦਰਦ ਨਹੀਂ ਹੈ ਜੀ। ਜੇ ਦਰਦ ਵਾਕਈ ਆ ਤਾਂ ਉਹ ਅੱਜ ਤੋਂ 3 ਸਾਲ ਪਹਿਲਾਂ, 4 ਸਾਲ ਪਹਿਲਾਂ ਕਿਉਂ ਨਹੀਂ ਝਲਕਿਆ? ਸੋ ਜੇ ਉਹ ਦਰਦ ਲੈ ਕੇ ਚੱਲਦੇ ਆ ਤਾਂ ਮੈਂ ਸਮਝਦਾ ਵੀ ਉਹਨਾਂ ਦੀ ਗੱਲ ਸਹੀ ਹੈ ਕਿ ਡੀਜੀ ਤੇ ਏਜੀ ਦੀ ਨਿਯੁਕਤੀ ਆ, ਜਿਹੜੇ ਡੀਜੀ ਆ ਪੰਜਾਬ ਦੇ, ਉਹ ਆ ਜਿਨ੍ਹਾਂ ਨੇ ਉਸ ਟਾਈਮ ਇਹ ਕਿਹਾ ਸੀਗਾ ਕਿ ਰੁਪਿੰਦਰ ਜਸਵਿੰਦਰ ਵਰਗੇ ਦੋਸ਼ੀ ਆ। ਸਿੱਖਾਂ ਤੇ ਮਰਨ ਦੀ ਗੱਲ ਕੀਤੀ ਸੀ ਜੀ। ਦੂਸਰੇ ਪਾਸੇ ਜਿਹੜਾ ਏਜੀ ਆ, ਐਡਵੋਕੇਟ ਜਨਰਲ ਆ ਪੰਜਾਬ ਦਾ, ਉਹ ਸਮੈਤ ਸੈਣੀ ਦਾ ਜੀ, ਜਿਹੜਾ ਅੱਜ ਸੈਣੀ ਨੂੰ ਕਿਵੇਂ ਦੋਸ਼ੀ ਸਾਬਤ ਕਰੂਗਾ ਜਿਹੜਾ ਅੱਜ ਤੱਕ ਸੈਣੀ ਨੂੰ ਜ਼ਮਾਨਤ ਕਰਾਉਂਦਾ ਆ ਜੀ, ਜਿਹਦੀ ਜ਼ਮਾਨਤ ਤੇ ਸੈਣੀ 2022 ਤੱਕ ਜਿਹਨੂੰ ਕੋਈ ਗ੍ਰਿਫਤਾਰ ਨਹੀਂ ਕਰ ਸਕਦਾ। ਇਹ ਸਰਕਾਰ ਤੇ ਸਵਾਲ ਵੀ ਬਣਦਾ ਹੈ ਕਿ ਸਿੱਧੂ ਸਾਹਿਬ ਦੀ ਚੱਕੀ ਹੋਈ ਗੱਲਬਾਤ ਸਰਕਾਰ ਇਹਨੂੰ ਉਸ ਤਰੀਕੇ ਨਾਲ ਲੈਂਦੀ ਆ ਕਿ ਸੈਣੀ ਦੀ ਜ਼ਮਾਨਤ ਅਦਾਲਤ ਵਿੱਚੋਂ ਖਾਰਜ ਹੋਊਗੀ ਜੀ, ਉਹਦੀ ਗ੍ਰਿਫਤਾਰੀ 2022 ਤੋਂ ਪਹਿਲਾਂ ਹੋਊਗੀ। ਇਹ ਜੀ ਕੀ ਸਾਬਤ ਕਰ ਪਾਊਗਾ ਕਿ ਉਹਨੇ ਪਹਿਲਾਂ ਸੈਣੀ ਨੂੰ ਬਚਾਇਆ, ਅੱਜ ਉਹ ਕਹੂਗਾ ਵੀ ਸੈਣੀ ਦੋਸ਼ੀ ਆ। ਸੋ ਉਸੇ ਤਰ੍ਹਾਂ ਹੀ ਡੀਜੀਪੀ ਜਿਹੜਾ ਪੰਜਾਬ ਦਾ ਲਾਇਆ ਗਿਆ, ਇਕਬਾਲਪ੍ਰੀਤ ਸਹੋਤਾ ਜੀ, ਉਹਦੀ ਸੈੱਟ ਕੰਮ ਕਰਦੀ ਆ, ਜਿਹਦੇ ਵਿੱਚ ਰੁਪਿੰਦਰ ਤੇ ਜਸਵਿੰਦਰ ਪੰਜਗਰਾਈ ਵਾਲਿਆਂ ਨੂੰ ਕੁੱਟਿਆ ਜਾਂਦਾ। ਆਈਜੀ ਰਣਬੀਰ ਸਿੰਘ ਖੱਟੜੇ ਵੱਲੋਂ ਕੁੱਟਿਆ ਜਾਂਦਾ, ਜਿਹੜਾ ਉਹਨਾਂ ਨੂੰ ਦੋਸ਼ੀ ਸਾਬਤ ਕਰਨ ਦੇ ਵਿੱਚ ਲੱਗੇ ਹੋਏ ਆ ਜੀ। ਕੀ ਅੱਜ ਉਹੀ ਦੋਸ਼ੀ ਸਾਬਤ ਕੀਤੇ ਹੋਏ ਰੁਪਿੰਦਰ ਜਸਵਿੰਦਰ ਵਰਗਿਆਂ ਨੂੰ ਉਹ ਕਹਿਣਗੇ ਕਿ ਬਈ ਇਹਨਾਂ ਨੇ ਨਹੀਂ ਕੀਤੀ ਸੀ ਬੇਅਦਬੀ? ਹਾਲਾਂਕਿ ਇੱਕ ਪੱਖ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਕੁੱਟਿਆ, ਉਹਨਾਂ ਦੇ ਰਿਮਾਂਡ ਲਏ ਗਏ ਆ, ਉਹਨਾਂ ਨੂੰ ਦੋਸ਼ੀ ਬਣਾਇਆ ਗਿਆ। ਦੂਜੇ ਪਾਸੇ ਅੱਜ ਡੇਰਾ ਪ੍ਰੇਮੀਆਂ ਨੂੰ ਉਹੀ ਸੱਟ ਦੋਸ਼ੀ ਬਣਾ ਰਹੀ ਹੈ। ਸੋ ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਪਾ ਕੇ
ਸਿਰਫ ਤੇ ਸਿਰਫ ਸਰਕਾਰ ਆ, ਚਾਹੇ ਕੈਪਟਨ ਸੀ ਚਾਹੇ ਚੰਨੀ ਆਏ ਆ, ਉਹ ਸਿਰਫ ਰਾਜਨੀਤੀ ਹੋ ਰਹੀ ਆ। ਕੀ ਗ੍ਰਹਿ ਮੰਤਰਾਲੇ ਨੂੰ ਨਹੀਂ ਪਤਾ ਸੀਗਾ ਕਿ ਇੱਕ ਡੀਜੀ ਦੀ ਚੋਣ ਕਰ ਰਹੇ ਆ ਅਸੀਂ, ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਦਾ ਕੀ ਰਿਕਾਰਡ ਰਿਹਾ। ਦੂਸਰੇ ਪਾਸੇ ਏਜੀ ਲੱਗ ਰਿਹਾ, ਉਹਦਾ ਨਹੀਂ ਪਤਾ ਸੀਗਾ ਵੀ ਅੱਜ ਤੱਕ ਉਹ ਕਿਹਦਾ ਵਕੀਲ ਰਹੇ ਆ, ਕਿਹਨੂੰ ਜੇ ਸਾਡਾ ਟਾਰਗੇਟ ਅੱਜ ਦੋਸ਼ੀਆਂ ਦੇ ਵਿੱਚ ਤਾਂ ਸਮੇਧ ਸੈਣੀ ਆ ਗੋਲੀ ਚਲਾਉਣ ਦੇ ਵਿੱਚ, ਤਾਂ ਉਹ ਸਮੇਧ ਸੈਣੀ ਨੂੰ ਜ਼ਮਾਨਤਾਂ ਦਿਵਾਉਣ ਵਾਲਾ ਬੰਦਾ ਅੱਜ ਉਹਨਾਂ ਨੇ ਉੱਥੇ ਸਰਕਾਰੀ ਐਡਵੋਕੇਟ ਲਾਤਾ, ਜਰਨਲ ਲਾਤਾ। ਕੀ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਸੈਣੀ ਨੂੰ ਬਚਾਉਣ ਵਾਲਾ, ਤੇ ਅੱਜ ਉਹ ਕਿਵੇਂ ਉਹਦੀ ਗ੍ਰਿਫਤਾਰੀ ਕਰਵਾਊਗਾ? ਜੀ ਸੁਖਰਾਜ ਜੀ, ਇੱਕ ਜਿਹੜਾ ਵੱਡਾ ਸਵਾਲ ਆ, ਜੇ ਆਪਾਂ ਪਿਛਲੇ ਦਿਨੀ ਜਿਹੜੀ ਇੱਕ ਮੁਲਾਕਾਤ ਆਈ ਹੈ ਚਰਨਜੀਤ ਸ਼ਰਮੇ ਦੀ ਟੈਲੀਫੋਨਿਕ ਇੰਟਰਵਿਊ ਹੋਈ, ਉਸ ਤੋਂ ਬਾਅਦ ਤੁਹਾਡਾ ਵੀ ਸੋਸ਼ਲ ਮੀਡੀਆ ਜੇ ਅਸੀਂ ਚੈੱਕ ਕਰਦੇ ਹਾਂ ਤੁਸੀਂ ਬੜੇ ਗੁੱਸੇ ਵਿੱਚ ਨਜ਼ਰ ਆਏ। ਤੁਹਾਨੂੰ ਕੀ ਲੱਗਦਾ ਜਿਹੜਾ ਸਪਸ਼ਟੀਕਰਨ ਚਰਨਜੀਤ ਸ਼ਰਮੇ ਨੇ ਦਿੱਤਾਗਾ ਉਹ ਸਹੀ ਕਿਉਂ ਨਹੀਂ? ਉਹਦੇ ਕਰਕੇ ਬੜਾ ਮਤਲਬ ਤੁਸੀਂ ਲੱਗਿਆ ਵੀ ਜਿਵੇਂ ਬਹੁਤ ਇੱਕ ਪਾਸੇ ਸਿੱਧੂ ਸਾਹਿਬ ਦਾ ਜਿਹੜਾ ਇਹ ਵਾਲਾ ਟਵੀਟ ਆਇਆ ਵੀ ਜ਼ਖਮਾਂ ਦੇ ਉੱਤੇ ਨੂਨ ਭੁੱਕਿਆ ਗਿਆ, ਪਰ ਚਰਨਜੀਤ ਸ਼ਰਮੇ ਦੀ ਗੱਲ ਨੂੰ ਲੈ ਕੇ ਤੁਸੀਂ ਬੜਾ ਖਫਾ ਨਜ਼ਰ ਆਏ। ਦੇਖੋ ਜੀ, ਚਰਨਜੀਤ ਸ਼ਰਮੇ ਨੇ ਜਿਹੜਾ ਸਰਾਸਰ ਝੂਠ ਬੋਲਿਆ, ਇੱਕ ਚੈਨਲ ਤੇ ਜਿਹੜੀ ਇੰਟਰਵਿਊ ਦੀ ਚੱਲੀ ਆ ਉਹ 'ਚ ਉਹ ਕਹਿੰਦਾ ਕਿ ਸਾਡਾ ਉੱਥੇ ਮਾਹੌਲ ਤਣਾਅਪੂਰਕ ਬਣ ਗਿਆ ਸੀ, ਸਾਨੂੰ ਗੋਲੀ ਚਲਾਉਣੀ ਪਈ ਜੀ। ਮੈਂ ਉਹਨਾਂ ਨੂੰ ਇਹੀ ਸਵਾਲ ਕਰਦਾ ਕਿ ਜਿੱਥੇ 1000 ਬੰਦਾ ਪੁਲਿਸ ਦਾ ਹੋਵੇ ਤੇ 150 ਬੰਦਾ ਧਰਨਾਕਾਰੀ ਹੋਵੇ, ਉੱਥੇ ਮਾਹੌਲ ਤਣਾਅਪੂਰਕ ਕਿਵੇਂ ਬਣ ਗਿਆ? ਦੂਸਰੇ ਪਾਸੇ ਉਹ ਕਹਿੰਦੇ ਸਾਨੂੰ ਘੇਰਾ ਪਾਇਆ ਗਿਆ ਲੋਕਾਂ ਵੱਲੋਂ। ਘੇਰਾ ਨਹੀਂ ਪਾਇਆ ਗਿਆ, ਲੋਕ ਲਿੰਕ ਰੋਡ ਤੇ ਬੈਠੇ ਆ, ਤੁਸੀਂ ਜੀਟੀ ਰੋਡ ਤੇ, ਤੁਸੀਂ ਲੋਕਾਂ ਨੂੰ ਘੇਰਾ ਪਾਇਆ ਸੀ, ਤੁਸੀਂ ਉੱਥੇ ਪ੍ਰਸ਼ਾਦਾ ਪਾਣੀ ਛਕ ਰਹੇ ਹੋ। ਇੱਕ ਮਨਘੜਤ ਕਹਾਣੀ ਤਕਰੀਬਨ 6 ਸਾਲ ਬਾਅਦ ਆ ਕੇ ਲੋਕਾਂ ਦੇ ਵਿੱਚ, ਪੰਜਾਬ ਦੇ ਵਿੱਚ ਲਾਂਬੂ ਲਾਉਣ ਦੀ ਗੱਲ ਕਰ ਰਿਹਾ। ਜਿਹੜਾ ਬੰਦਾ ਦੋਸ਼ੀ ਆ, ਦੋਸ਼ੀ ਪਾਇਆ ਗਿਆ। ਚਰਨਜੀਤ ਸ਼ਰਮੇ ਨੂੰ ਇਹੀ ਸਵਾਲ ਕਰਦਾ ਕਿ ਕੋਟਕਪੂਰੇ ਦੇ ਵਿੱਚ ਜਦੋਂ ਚੌਂਕ ਦੇ ਵਿੱਚ ਗੋਲੀਬਾਰੀ ਹੁੰਦੀ ਆ, ਅਜੀਤ ਸਿੰਘ ਨੂੰ ਜ਼ਖਮੀ ਹੋਏ ਨੂੰ ਤੂੰ ਠੁੱਡੇ ਮਾਰ ਰਿਹਾ, ਉਦੋਂ ਤੂੰ ਕਿੱਥੇ ਸੀ? ਤੇਰੀ ਪੁਲਿਸ ਉਦੋਂ, ਜੇ ਤੂੰ ਇੰਨਾ ਹੀ ਸੱਚਾ ਸੀ ਤਾਂ ਤੂੰ ਇਨਵੈਸਟੀਗੇਸ਼ਨ 6 ਸਾਲ ਪਹਿਲਾਂ ਦੀ ਜੁਆਇਨ ਕਿਉਂ ਨਹੀਂ ਕੀਤੀ? ਜਿਹੜੀਆਂ ਗੱਲਾਂ ਅੱਜ ਤੂੰ ਇੱਕ ਚੈਨਲ ਤੇ ਬੋਲ ਰਿਹਾ ਤਾਂ ਉੱਥੇ ਤੂੰ ਇਹ ਗੱਲਾਂ ਕਰ ਰਿਹਾ ਕਿ ਸਾਡਾ ਕੋਈ ਕਸੂਰ ਨਹੀਂ ਸੀ, ਮਾਹੌਲ ਤਣਾਅਪੂਰਕ ਬਣ ਗਿਆ। ਇਹਦੇ ਬਿਆਨਾਂ ਦੇ ਵਿੱਚ ਤਾਂ ਕਿਹਾ ਗਿਆ ਕਿ ਡੀਜੀਪੀ ਨੇ ਹੁਕਮ ਦਿੱਤਾ, ਉਹਦੇ ਕਹਿੰਦਾ ਸਾਨੂੰ ਹੁਕਮ ਕਿਸੇ ਨੇ ਦਿੱਤਾ। ਸੋ ਇੱਕ ਪੰਜਾਬ ਦੇ ਵਿੱਚ ਦੁਬਾਰਾ ਲਾਂਬੂ ਲਾਉਣ ਦੀ ਗੱਲ ਕਰ ਰਹੇ ਆ। ਸੋ ਇੱਕ ਪ੍ਰੀ ਪਲਾਨਡ ਜਿਹੜੀਆਂ ਗੱਲਾਂ ਕਰ ਰਿਹਾ। ਚਰਨਜੀਤ ਸ਼ਰਮਾ 14 ਅਕਤੂਬਰ ਨੂੰ ਗੋਲੀकांड ਕਰਨ ਤੋਂ ਬਾਅਦ ਲੁਧਿਆਣੇ ਦੇ ਵਿੱਚ ਉਮਰਾ ਨੰਗਲ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਕਰਦੇ ਆ ਜੀ। ਜਿਹੜੇ ਅਫਸਰ ਉੱਥੇ ਇਨਵੋਲਵ ਸੀਗੇ, ਇਹ ਪ੍ਰਦੀਪ ਦੇ ਬਿਆਨਾਂ ਦੇ ਵਿੱਚ ਆ, ਜਿਹੜਾ ਸਰਕਾਰੀ ਗਵਾਹ ਬਣਦਾ ਹੈ। ਇਹ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਹੈਗਾ, ਤੇ ਫਿਰ ਵੀ ਇੱਕ ਲੋਕਾਂ ਨੂੰ ਬੁੱਧੂ ਬਣਾਉਣ ਦੀ ਗੱਲ ਆ। ਚੈਨਲ ਤੇ 6 ਸਾਲਾਂ ਬਾਅਦ ਆ ਕੇ ਇਹ ਦਰਸਾਇਆ ਜਾ ਰਿਹਾ ਕਿ ਲੋਕ ਗਲਤ ਸੀ, ਚਰਨਜੀਤ ਸ਼ਰਮਾ ਸਹੀ ਸੀ। ਚਰਨਜੀਤ ਸ਼ਰਮੇ ਨੂੰ ਮੈਂ ਇਸ ਗੱਲ ਦਾ ਚੈਲੰਜ ਕਰਦਾ, ਖੁੱਲੀ ਡਿਬੇਟ ਰੱਖ ਲੈ, ਲੋਕਾਂ ਦੇ ਵਿੱਚ ਰੱਖ ਲੈ। ਮੈਂ ਅੱਜ ਵੀ ਇੱਕ ਬੰਦੇ ਤੋਂ ਬਿਨਾਂ, ਕਿਉਂਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ, ਜਿਹੜੇ ਗਵਾਹ ਸੀ ਸਰਜੀਤ ਸਿੰਘ, ਉਹਨਾਂ ਦੀ ਮੌਤ ਹੋ ਚੁੱਕੀ ਆ, ਉਸ ਤੋਂ ਬਿਨਾਂ ਜਿੰਨੇ ਧਰਨਾਕਾਰੀ ਉੱਥੇ ਸੀਗੇ ਬਹਿਬਲ ਦੇ, ਉਹ ਸਾਰੇ ਇਕੱਠੇ ਕਰਕੇ ਚਰਨਜੀਤ ਸ਼ਰਮੇ ਦੇ ਸਾਹਮਣੇ ਬਿਠਾ ਸਕਦੇ ਹਾਂ ਕਿ ਉੱਥੇ ਕੀ ਹੋਇਆ ਸੀ। ਇੱਕ ਪਾਸੇ ਚਰਨਜੀਤ ਸ਼ਰਮਾ ਦੱਸ ਦੇ, ਦੂਸਰੇ ਪਾਸੇ ਮੈਂ 150 ਬੰਦਾ ਸਾਹਮਣੇ ਬਿਠਾ ਦਿੰਦਾ ਵੀ ਜਿਹੜੇ ਉੱਥੇ ਧਰਨੇ ਦੇ ਵਿੱਚ ਇਨਵੋਲਵ ਸੀਗੇ। ਪੁਲਿਸ ਪਹਿਲਾਂ ਉਹੀ ਪ੍ਰਸ਼ਾਦਾ ਛਕਦੀ ਆ ਉੱਥੇ, ਉਹਨਾਂ ਦੇ ਵਿੱਚ ਬਹਿ ਕੇ ਚਰਨਜੀਤ ਸ਼ਰਮੇ ਦੇ ਆਉਣ ਤੇ ਉੱਥੇ ਗੋਲੀਬਾਰੀ ਚੱਲਦੀ ਆ। ਇਹ ਇੰਨਾ ਕੁ ਭੂਤਰਿਆ ਹੋਇਆ ਸੀ, ਇੰਨਾ ਕੁ ਵਰਦੀ ਦੀ ਧੌਂਸ ਦੇ ਵਿੱਚ ਆ ਕੇ ਜਿਹੜਾ ਉੱਥੇ ਇਹਨੇ ਕੰਮ ਕੀਤਾ, ਜਿਹੜਾ ਕਹਿੰਦਾ ਕਿ ਉੱਥੇ ਧਰਨਾਕਾਰੀਆਂ ਨੇ ਗੋਲੀਆਂ ਚਲਾਈਆਂ। ਮੈਂ ਇਹ ਚਰਨਜੀਤ ਸ਼ਰਮੇ ਨੂੰ ਚੈਲੰਜ ਕਰਦਾ ਕਿ ਉਹ ਸਾਬਤ ਕਰ ਦੇ ਕਿ ਮੇਰੇ ਪਿਤਾ ਜੀ ਕੋਲੇ ਕੋਈ ਹਥਿਆਰ ਵੀ ਸੀਗਾ ਜੀ, ਲਾਇਸੈਂਸੀ ਵੀ ਹੋਵੇ, ਦੂਜਾ ਤਾਂ ਦੂਰ ਦੀ ਗੱਲ ਆ, ਜਾਂ ਉੱਥੇ ਕਿਸੇ ਵੀ ਧਰਨਾਕਾਰੀ, ਇਹਨਾਂ ਨੂੰ ਤਾਂ ਲੰਗਰ ਪ੍ਰਸ਼ਾਦਾ ਹੀ ਉੱਥੇ ਹਥਿਆਰ ਲੱਗਣ ਲੱਗ ਗਿਆ। ਸੋ ਜਿਹਦੇ ਕਰਕੇ ਇਹ ਪੰਜਾਬ ਦੇ ਵਿੱਚ ਦੁਬਾਰਾ ਲਾਂਬੂ ਲਾਉਣ ਦੀ ਗੱਲ ਕਰਦਾ। ਇੱਕ ਦੋਸ਼ੀ ਆਪਣੇ ਆਪ ਨੂੰ ਪਾਕ ਪਵਿੱਤਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਉਹਨੇ। ਹਾਲਾਂਕਿ ਉਹਦੇ ਬਿਆਨ ਹੀ ਸਾਰਾ ਕੁਝ ਦਰਸਾ ਰਹੇ ਆ ਕਿ ਜਿਹੜਾ ਉਹਨੇ ਝੂਠੇ ਸਬੂਤ ਬਣਾਏ ਆ, ਪੁੱਛਣ ਵਾਲਾ ਉਹਨੂੰ ਹੋਵੇ ਕਿ ਪੰਕਜ ਬਾਂਸਲ ਜਿਹੜਾ ਜਿਹਦੇ ਤੂੰ ਘਰੇ ਜਾ ਕੇ ਸੋਹਿਲ ਬਰਾੜ ਦੀ ਵਕੀਲ ਆ, ਜਿਹੜਾ ਸੋਹਿਲ ਬਰਾੜ ਸੀ, ਉਹਦੀ ਗਨ ਦੇ ਨਾਲ ਗੋਲੀਆਂ ਮਾਰੀਆਂ ਆਪਦੀ ਜਰਸੀ ਦੇ ਉੱਤੇ, ਝੂਠੇ ਸਬੂਤ ਬਣਾਏ ਆ। ਤੇਰੇ ਬਿਆਨਾਂ ਦੇ ਵਿੱਚ ਆ ਕਿ ਉਹ ਬਹਿਬਲਕਾਰੀ ਧਰਨਾਕਾਰੀਆਂ ਨੇ ਮਾਰੀਆਂ ਤੇਰੇ। ਦੂਸਰੇ ਪਾਸੇ ਅੱਗਾਂ ਲਾਉਂਦੇ ਆ ਬਹਿਬਲ ਦੇ ਵਿੱਚ, ਉਹ ਇਹੀ ਚਰਨਜੀਤ ਸ਼ਰਮਾ ਆਪ ਉੱਥੇ ਆਪਦੀ ਪੁਲਿਸ ਪਾਰਟੀ ਦੇ ਨਾਲ ਬੱਸਾਂ ਨੂੰ ਅੱਗਾਂ ਲਾਉਂਦਾ, ਜਿਪਸੀ ਨੂੰ ਅੱਗਾਂ ਲਾਉਂਦੇ ਆ। ਸੋ ਉਸ ਟਾਈਮ ਦੇ ਝੂਠੇ ਸਬੂਤ ਜਿਹੜੇ ਕਬੂਲ ਚੁੱਕਿਆ, ਜਿਹੜੇ ਇਹਨਾਂ ਨੇ ਬਣਾਏ ਆ, ਅੱਜ ਉਹਨਾਂ ਨੂੰ ਇਹ ਕਹਿੰਦਾ ਕਿ ਉੱਥੇ ਲੋਕਾਂ ਨੇ ਕੀਤਾ ਸੀ। ਲੇਕਿਨ ਜਿਹੜੀ ਸੁਖਰਾਜ ਜੀ ਹੋਰ ਗੱਲ, ਉਹਨਾਂ ਨੇ ਇਹ ਵੀ ਕਿਹਾ ਗਾ ਵੀ ਅਸੀਂ ਇਸ ਜਿਹੜੇ ਕੇਸ ਨੂੰ, ਜਾਂ ਜਦੋਂ ਪੋਸਟਰ ਲੱਗਿਆ, ਇਸ਼ਤਿਹਾਰ ਲੱਗੇ ਆ ਜਿਹੜੇ ਸਾਰੇ ਉਹ ਲਾਏ ਗਏ ਸੀ, ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਬਹੁਤ ਅੰਦਰ ਤੱਕ ਕਰੀ ਆ, ਬਹੁਤ ਇਮਾਨਦਾਰੀ ਨਾਲ ਕਰੀ। ਉਹਨਾਂ ਨੇ ਇੱਥੋਂ ਤੱਕ ਕਿਹਾ ਵੀ ਜਿਹੜਾ ਉਹ ਪਿੰਡ ਵਾਲਾ ਛੱਪੜ ਸੀ, ਉਹਦਾ ਪਾਣੀ ਬਾਹਰ ਕੱਢਿਆ ਗਿਆ, ਤੁਸੀਂ ਸਾਰੀ ਗੱਲਬਾਤ ਸੁਣੀ ਹੋਣੀ ਆ। ਉਹਨਾਂ ਨੇ ਕਿਹਾ ਵੀ ਅਸੀਂ ਸਾਰਾ ਕੁਝ ਆਪਦੀ ਇਮਾਨਦਾਰੀ ਨਾਲ ਕਰਿਆ ਗਾ। ਤੁਹਾਨੂੰ ਨਹੀਂ ਲੱਗਦਾ ਵੀ ਇਮਾਨਦਾਰੀ ਨਾਲ ਕਰਿਆ ਗਾ? ਨਹੀਂ ਬਾਈ ਜੀ, ਇਮਾਨਦਾਰੀ ਨਹੀਂ ਉੱਥੇ। ਇਮਾਨਦਾਰੀ ਹੁੰਦੀ ਗੁਰੂ ਦੇ ਸਰੂਪ ਚੋਰੀ ਹੋਏ ਆ। ਇੱਕ ਜ਼ਿਲ੍ਹੇ ਦੇ ਵਿੱਚ ਸਰਸੇ ਵਾਲੇ ਡੇਰੇ ਦੀ ਜਦੋਂ ਫਿਲਮ ਲੱਗਦੀ ਹੈ ਨਾ, ਤਾਂ ਪੂਰੇ ਪੰਜਾਬ ਦੇ ਵਿੱਚ ਸਿਕਿਉਰਿਟੀ ਲਾ ਦਿੱਤੀ ਜਾਂਦੀ ਆ ਕਿ ਉਹਦੀ ਫਿਲਮ ਚਾਲੂ ਕਰਨੀ ਆ। ਉਹਦੇ ਪੋਸਟਰਾਂ ਜਿਹੜੇ ਇੱਕ ਖੰਭੇ ਤੇ ਟੰਗੇ ਪੋਸਟਰ ਆ,
ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਆ। ਸਾਡੇ ਗੁਰੂ ਦਾ ਸਰੂਪ ਚੋਰੀ ਹੋ ਗਿਆ, ਐਸਐਸਪੀ ਉਸ ਜ਼ਿਲ੍ਹੇ ਦਾ ਮਾਲਕ ਹੁੰਦਾ ਹੈ, ਕੀ ਐਸਐਸਪੀ ਦੀ ਉੱਥੇ ਇੰਨੀ ਕੁ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਉਹ ਪਿੰਡ ਨੂੰ ਹੀ ਇੱਕ ਨੂੰ ਮਤਲਬ ਉਸ ਤਰ੍ਹਾਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਆਉਂਦਾ ਜਿੱਦੇ ਸਰੂਪ ਚੋਰੀ ਹੋਇਆ, ਇੱਕ ਜ਼ਿਲ੍ਹੇ ਨੂੰ ਉਹ ਪੂਰਾ ਨਹੀਂ ਕਰ ਸਕੇ। ਤਾਂ ਅੱਜ ਉਹ ਕਹਿੰਦੇ ਅਸੀਂ ਛੱਪੜ ਖਾਲੀ ਕਰਾਇਆ ਜਾਂ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ। ਉਹ ਤਾਂ ਕਹਿੰਦੇ 20 ਦਿਨਾਂ ਤੋਂ ਜ਼ਿਆਦਾ 25 ਦਿਨਾਂ ਤੱਕ ਕਹਿੰਦੇ ਮੈਂ ਉੱਥੇ ਰਹੀ, ਉਹਨਾਂ ਨੇ ਇਹ ਵੀ ਕਿਹਾ ਹੈਗਾ, ਤੁਸੀਂ ਸੁਣਿਆ ਹੀ ਹੋ ਸਾਰਾ? ਮੈਂ ਸੁਣਿਆ, ਸਾਰਾ ਸੁਣਿਆ, ਬਟ ਉਹ ਗੱਲ ਤੇ ਹੁੰਦੀ ਹੈ ਫਿਰ ਪ੍ਰਾਪਤੀ ਕੀ ਸੀ 20 ਦਿਨਾਂ ਦੀ? ਇੱਕ ਚੋਰ ਚੋਰੀ ਕਰਦਾ ਜੇ ਫੜ ਲਿਆ ਜਾਂਦਾ ਤਾਂ ਉਹਨੂੰ ਘੱਟੋ ਘੱਟ ਬਾਹਲਾ ਨਹੀਂ, ਇਹ 4-5 ਚੋਰੀਆਂ ਹੋਰ ਮਨਾ ਕੇ ਛੱਡਦੇ ਆ ਵੀ ਇਹਨੇ ਫਲਾਣੇ ਥਾਂ ਚੋਰੀ ਕੀਤੀ। ਦੂਸਰੇ ਪਾਸੇ ਜਥੇਬੰਦੀਆਂ ਨੇ ਲਿਸਟ ਬਣਾ ਕੇ ਦਿੱਤੀ ਇਹਨਾਂ ਨੂੰ ਕਿ ਸਾਨੂੰ ਆਹ ਬੰਦਿਆਂ ਤੇ ਸ਼ੱਕ ਆ, ਇਹ ਬੰਦੇ ਪ੍ਰੇਮੀ ਆ, ਇਹਨਾਂ ਨੇ ਆਹ ਗੱਲ ਕੀਤੀ ਆ, ਤੁਸੀਂ ਉਹਨਾਂ ਤੋਂ ਪੁੱਛਗਿੱਛ ਕਰੋ। ਇਹਨਾਂ ਨੇ ਪੁੱਛਗਿੱਛ ਕੀਤੀ, ਜੋ ਅੱਜ ਦੋਸ਼ੀ ਪਾਏ ਗਏ ਆ। ਸੈੱਟ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ ਜਿਹੜੇ ਅੱਜ ਪ੍ਰੇਮੀ ਦੋਸ਼ੀ ਪਾਏ ਗਏ ਆ, ਉਹੀ ਪ੍ਰੇਮੀਆਂ ਦੀ ਲਿਸਟ ਜਥੇਬੰਦੀਆਂ ਨੇ ਇਕੱਠੇ ਹੋ ਕੇ ਉਹ 20 ਦਿਨਾਂ ਦੇ ਜਿਹੜਾ ਇਹ ਵਕਬਾ ਕਹਿੰਦੇ ਉਹਦੇ ਵਿੱਚ ਉਹਨਾਂ ਨੂੰ ਦਿੱਤੀ ਸੀ। ਕੀ ਚਰਨਜੀਤ ਸ਼ਰਮਾ ਉਸ ਟਾਈਮ ਐਸਐਸਪੀ ਹੋਣ ਦੇ ਨਾਤੇ ਇਹਨੇ ਆਪਣੀ ਜ਼ਿੰਮੇਵਾਰੀ ਨਿਭਾਈ? ਉਸ ਟਾਈਮ ਤੋਂ ਹੀ ਕੀ ਪੁਲਿਸ ਨੂੰ ਪਤਾ ਨਹੀਂ ਹੁੰਦਾ ਕਿ ਇੱਥੇ ਕੀ ਹੋ ਰਿਹਾ, ਕਿਵੇਂ ਹੋ ਰਿਹਾ? ਕੀ ਉਸ ਟਾਈਮ ਤੇ ਸੀਸੀਟੀਵੀ ਸੀਗੇ, ਚੈੱਕ ਨਹੀਂ ਕੀਤੇ? ਸਾਰਾ ਗੋਲਮੋਲ ਕਰਕੇ ਬੇਅਦਬੀ ਕਰਾਉਣ ਦੇ ਵਿੱਚ ਕਹਿ ਲਓ, ਪ੍ਰੇਮੀਆਂ ਨੂੰ ਹੱਲਾਸ਼ੇਰੀ ਦੇਣ ਦੇ ਵਿੱਚ ਇਹਨਾਂ ਦਾ ਪੂਰਾ ਹੱਥ ਸੀਗਾ। ਜੋ ਉਸ ਟਾਈਮ ਐਸਐਸਪੀ ਦਾ ਰੋਲ ਰਹਿਣਾ ਚਾਹੀਦਾ ਸੀ, ਇਹਦਾ ਨਹੀਂ ਸੀਗਾ। ਤਾਂ ਕਰਕੇ ਜਥੇਬੰਦੀਆਂ ਨੂੰ ਧਰਨੇ ਲਾਉਣੇ ਪਏ। ਇਹਦੀ ਉੱਥੋਂ ਬਦਲੀ ਹੁੰਦੀ ਹੈ, ਮੋਗੇ ਜਾਂਦਾ। ਬਦਲੀ ਕਿਉਂ ਕਰਵਾਈ ਜਾਂਦੀ ਹੈ? ਜੇ ਐਡਾ ਹੀ ਗੁਰੂ ਪ੍ਰਤੀ ਇਮਾਨਦਾਰ ਸੀ, ਹੁਣ ਸਿਰ ਕਲਮ ਦੀਆਂ ਗੱਲਾਂ ਕਰਦਾ ਹੈ, ਤਾਂ ਉਸ ਟਾਈਮ ਕਿਉਂ ਨਹੀਂ ਇਹਨੇ ਸੰਜੀਦਗੀ ਨਾਲ ਸੋਚਿਆ? ਕਿਉਂ ਨਹੀਂ ਇਹਨੇ ਲੋਕਾਂ ਦੇ ਨਾਲ ਇੱਕ ਮਾਹੌਲ ਸਿਰਜਿਆ ਕਿ ਜਿਹਦੇ ਨਾਲ ਦੋਸ਼ੀਆਂ ਨੂੰ ਫੜਿਆ ਜਾ ਸਕਦਾ, ਜਾਂ ਜਿਹੜੇ ਨਾਂ ਦਿੱਤੇ ਗਏ ਸੀ ਉਹਨਾਂ ਤੇ ਇਨਵੈਸਟੀਗੇਸ਼ਨ ਕੀਤੀ ਜਾ ਸਕਦੀ ਸੀ? ਸੁਖਰਾਜ ਜੀ, ਮੈਨੂੰ ਇੱਕ ਗੱਲ ਹੋਰ ਦੱਸਿਓ ਵੀ 6 ਸਾਲਾਂ ਬਾਅਦ ਚਰਨਜੀਤ ਸਿੰਘ ਸ਼ਰਮਾ ਸਾਹਮਣੇ ਆਏ ਨੇ, ਚਰਨਜੀਤ ਸ਼ਰਮਾ, ਤੁਹਾਨੂੰ ਕੀ ਲੱਗਦਾਗਾ ਵੀ ਕੀ ਕਾਰਨ ਹੋਊਗਾ ਵੀ ਇੰਨੇ ਸਾਲ ਪਾਸੇ ਹੋਣ ਦਾ ਤੇ ਹੁਣ ਆਉਣ ਦਾ? ਕਾਰਨ ਸਿਰਫ ਇਹੀ ਆ ਕਿ 2022 ਤੱਕ ਸੈਣੀ ਨੂੰ ਸਟੇ ਮਿਲਣਾ ਜੀ। ਚਰਨਜੀਤ ਸ਼ਰਮੇ ਤੇ ਲਟਕਦੀ ਤਲਵਾਰ ਬਹਿਬਲ ਕਲਾਂ ਗੋਲੀ ਕਾਂਡ ਦੀ ਜਿਹੜਾ ਕੇਸ ਜਿਹਦੇ ਵਿੱਚ ਦੋਸ਼ੀ ਪਾਇਆ ਗਿਆ, ਜ਼ਮਾਨਤ ਤੇ ਬਾਹਰ ਹੈ, ਕੇਸ ਕੋਰਟ ਦੇ ਵਿੱਚ ਇੱਥੇ ਪਿਆ ਕਿ ਅੱਜ ਉਹ ਗਵਾਹੀਆਂ ਸ਼ੁਰੂ ਹੋ ਜਾਣ। ਜੇ ਚਾਹਣ ਸਰਕਾਰ ਚਾਹਵੇ ਤਾਂ ਥੋੜੇ ਦਿਨਾਂ ਦੇ ਵਿੱਚ ਚਰਨਜੀਤ ਸ਼ਰਮੇ ਨੂੰ ਸਜ਼ਾ ਹੋ ਸਕਦੀ ਹੈ ਜੀ। ਉਸ ਤੋਂ ਬਾਅਦ ਉਮਰਾਂ ਨੰਗਲ ਸੈਣੀ ਤੱਕ ਗੱਲ ਜਾ ਸਕਦੀ ਹੈ, ਜਾਂਦੀ ਵੀ ਹੈ। ਸੈਣੀ 2022 ਤੱਕ ਸਟੇ ਲਈ ਬੈਠਾ ਹੈ। ਚਰਨਜੀਤ ਸ਼ਰਮਾ ਉਹਦਾ ਫਾਇਦਾ ਲੈਣਾ ਚਾਹੁੰਦਾ ਹੈ ਕਿ ਜੇ ਸੈਣੀ ਬਚ ਸਕਦਾ 2022 ਤੱਕ ਤੇ ਅਸੀਂ ਵੀ ਬਚ ਸਕਦੇ ਹਾਂ। ਝੂਠੀ ਮਨ ਘੜਤ ਕਹਾਣੀ ਬਣਾ ਕੇ ਇੱਕ ਪਾਸੇ ਤਾਂ ਬਿਆਨਾਂ ਦੇ ਵਿੱਚ ਮੰਨੀ ਜਾਂਦੇ ਆ ਕਿ ਅਸੀਂ ਆਹ ਕੁਛ ਕੀਤਾ। ਇੱਕ ਪੁਲਿਸ ਵਾਲਾ ਜਿਹੜੇ ਨੂੰ ਪਤਾ ਹੈ ਕਿ ਇਹਨੂੰ ਕੋਈ ਟੌਰਚਰ ਨਹੀਂ ਕੀਤਾ ਗਿਆ, ਸਿਰਫ ਇਹ ਤੋਂ ਬਿਆਨ ਲਿਖਾਏ ਗਏ ਲਿਖਤੀ ਰੂਪ ਦੇ ਵਿੱਚ, ਇਹ ਉਹ 'ਚ ਮੰਨਿਆ ਵੀ ਇਹਨੇ ਆਹ ਕੁਛ ਕੀਤਾ। ਦੂਸਰੇ ਪਾਸੇ ਅੱਜ ਇਹ ਆਪਣੇ ਬਿਆਨਾਂ ਨੂੰ ਗਲਤ ਸਾਬਤ ਕਰੀ ਜਾਂਦਾ ਕਿ ਇਹ ਮੰਨਿਆ ਨਹੀਂ ਹੈ। ਇੱਕ ਪਾਸੇ ਦੇ ਬਿਆਨ ਪਏ ਆ ਜਿਹਦੇ 'ਚ ਕਹਿੰਦਾ ਵੀ ਉੱਥੇ ਆਹ ਕੁਛ ਹੋਇਆ, ਇੰਨੀਆਂ ਅਸੀਂ ਗੋਲੀਆਂ ਮਾਰੀਆਂ, ਝੂਠੇ ਸਬੂਤ ਬਣਾਏ। ਸੈਣੀ ਨੂੰ ਮੁੱਖ ਰੱਖ ਕੇ 2022 ਦਾ ਮੁੱਦਾ ਕਹੀਏ ਵੀ 2022 ਦੇ ਵਿੱਚ ਇਲੈਕਸ਼ਨ ਆਉਣਾ, ਸਰਕਾਰ ਆਪਦੇ ਭੰਬਲ ਭੂਸਿਆਂ ਦੇ ਵਿੱਚ ਪਈ, ਆਪਦਾ ਕਾਟੋ ਕਲੇਸ਼ ਸਰਕਾਰ ਦਾ ਮੁੱਕਣ ਤੇ ਨਹੀਂ ਆਉਂਦਾ। ਉਹਦਾ ਨਫਾ ਚੁੱਕਣ ਦੇ ਲਈ ਪਟੀਸ਼ਨਾਂ ਇਹਨਾਂ ਦੀਆਂ ਕੋਰਟ ਦੇ ਵਿੱਚ ਪਾਈਆਂ ਹੋਈਆਂ ਇਨਵੈਸਟੀਗੇਸ਼ਨ ਨੂੰ ਖਾਰਜ ਕਰਨ ਦੇ ਲਈ। ਅੱਧੀ ਕੁ ਤਾਂ ਹੋ ਚੁੱਕੀ ਆ, ਅੱਧੀ ਕਰੇ ਦੀ ਇਨਵੈਸਟੀਗੇਸ਼ਨ ਨੂੰ ਖਾਰਜ ਕਰਵਾਉਣਾ ਚਾਹੁੰਦੇ ਆ ਜੀ। ਜਿਹਦੇ ਨਾਲ ਸਮਝੋ ਕਿ ਜੇ ਇਹ ਉੱਥੋਂ ਬਚਦੇ ਆ 2022 ਦੇ ਬਾਅਦ ਕੀ ਪਤਾ ਕਿਹਦੀ ਸਰਕਾਰ ਬਣਨੀ ਹੈ, ਕੀ ਆਉਣਾ ਹੈ, ਤਾਂ ਇਹ ਪ੍ਰੀ ਪਲਾਨਡ ਹੈ ਜਿਹੜਾ ਸੈਣੀ ਦੇ ਦੇਖ ਰੇਖ ਹੇਠ ਹੋ ਰਿਹਾ। ਜੋ ਸਾਨੂੰ ਲੱਗ ਰਿਹਾ ਕਿਉਂਕਿ ਸੈਣੀ 2022 ਤੱਕ ਬਚਿਆ ਹੋਇਆ, ਉਹਨੂੰ ਸਰਕਾਰ ਅੱਜ ਜੋ ਕੁਛ ਮਰਜ਼ੀ ਕਹੀ ਜਾਵੇ, ਸਰਕਾਰ ਉਹਨੂੰ ਗ੍ਰਿਫਤਾਰ ਨਹੀਂ ਕਰ ਸਕਦੀ। ਜਿਵੇਂ ਇੱਕ ਦਿਨ ਵਿਜੀਲੈਂਸ ਨੇ ਕੀਤਾ ਸੀਗਾ ਤਾਂ ਉਹਨੇ 7 ਦਿਨ ਦਾ ਨੋਟਿਸ ਜਿਹੜਾ ਸਾਹਮਣੇ ਕਰਤਾ, ਉਹਦੇ ਵਿੱਚ ਪੁਲਿਸ ਨੂੰ ਫਟਕਾਰ ਪਈ, ਵਿਜੀਲੈਂਸ ਵਿਭਾਗ ਨੂੰ ਫਟਕਾਰ ਪਈ। ਸੋ ਸੈਣੀ ਇੱਕ ਐਡਾ ਕੁ ਛਾਤਰ ਦਿਮਾਗ ਹੈ, ਇੰਨਾ ਕੁ ਦੇਸ਼ ਦਾ ਵਫਾਦਾਰ ਬਣ ਕੇ ਜਿਹੜਾ ਕੰਮ ਕਰ ਰਿਹਾ, ਜਿਹਨੂੰ ਪੰਜਾਬ ਸਰਕਾਰ ਨਿੱਕੀ ਲੱਗਦੀ ਹੈ ਤੇ ਲੱਗੀ ਵੀ ਆ, ਜਿਹਦੇ ਅੱਗੇ ਨਿੱਕੀ ਆ, ਜਿਹਦੇ ਕਰਕੇ ਉਹ ਹਾਈ ਕੋਰਟ ਦੇ ਵਿੱਚੋਂ ਆਪਣੀਆਂ ਜ਼ਮਾਨਤਾਂ ਲੈ ਚੁੱਕਿਆ ਜੀ। ਸੁਖਰਾਜ ਜੀ, ਜਿਵੇਂ ਨਵਜੋਤ ਸਿੰਘ ਸਿੱਧੂ ਬੋਲ ਰਹੇ ਨੇ, ਖਾਸ ਕਰਕੇ ਜਿਹੜੇ ਸ਼ਹੀਦ ਪਰਿਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ, ਉਹਨਾਂ ਨੇ ਜਿਹੜਾ ਆਪਾਂ ਪਹਿਲਾਂ ਗੱਲਬਾਤ ਕੀਤੀ ਆ, ਤੁਹਾਨੂੰ ਲੱਗਦਾਗਾ ਵੀ ਜਿਹੜੇ 70-80 ਦਿਨ ਰਹਿ ਗਏ ਇਹਦੇ ਵਿੱਚ ਕੁਛ ਨਾ ਕੁਛ ਹੋਊਗਾ, ਕੋਈ ਚਲਾਨ ਪੇਸ਼ ਹੋਊਗਾ, ਕੋਈ ਹੋਰ ਕੁਛ ਹੋਊਗਾ ਇਸ ਮਾਮਲੇ ਨੂੰ ਲੈ ਕੇ? ਜਿਸ ਹਿਸਾਬ ਨਾਲ ਇਹਨਾਂ ਨੇ ਨਿਯੁਕਤੀਆਂ ਕੀਤੀਆਂ, ਸੋ ਇਨਸਾਫ ਦੀ ਆਸ ਤਾਂ ਬਾਈ ਜੀ ਖਤਮ ਹੈ। ਪਰ ਜੇ ਕੁਝ ਕਰਨਾ ਚਾਹੁੰਦੇ ਆ, ਜੇ ਇੱਕ ਪ੍ਰਧਾਨ ਦੀ ਪਾਵਰ ਹੈ, ਮੈਂ ਸਮਝਦਾ ਜਿਸ ਹਿਸਾਬ ਨਾਲ ਪ੍ਰਧਾਨ ਲਾਇਆ ਗਿਆ, ਪ੍ਰਧਾਨ ਦੀ ਪਾਵਰ ਹੈ, ਜਿਸ ਹੱਲਾਸ਼ੇਰੀ ਦੇ ਨਾਲ ਉਹ ਅੱਗੇ ਆਏ ਸੀ, ਤਾਂ ਕੁਝ ਕਰ ਸਕਦੇ ਆ। ਪਰ ਉਹਨਾਂ ਦਾ ਇਕੱਲਾ ਟਵਿੱਟਰ ਤੇ ਬੋਲਣਾ, ਗਰਾਊਂਡ ਤੇ ਉਹ ਤੇ ਅਮਲ ਨਾ ਹੋਣਾ, ਕੀ ਕਾਂਗਰਸ ਨੇ ਪ੍ਰਧਾਨ ਦੀ ਇੰਨੀ ਕੁ ਵੀ ਨਹੀਂ ਮੰਨੀ ਕਿ ਏਜੀ ਲਾਉਣ ਤੋਂ ਪਹਿਲਾਂ ਉਹਦੇ ਨਾਲ ਸਲਾਹ ਕੀਤੀ ਜਾ ਸਕਦੀ ਆ? ਜਿਵੇਂ ਚੰਨੀ ਦਾ ਅੱਜ ਤਾਜ਼ਾ ਬਿਆਨ ਆਇਆ ਕਿ ਸਰਕਾਰ ਜੋ ਕਰ ਰਹੀ ਆ ਉਹ ਆਪਦੇ ਤਰੀਕੇ ਨਾਲ ਸਹੀ ਕਰ ਰਹੀ ਆ, ਪ੍ਰਧਾਨ ਸਾਹਿਬ ਆਪਦੀ ਪਾਰਟੀ ਦੇਖਣ, ਆਪਦੀ ਜ਼ਿੰਮੇਵਾਰੀ ਦੇਖਣ।
ਸੋ ਇੱਕ ਮੁੱਖ ਮੰਤਰੀ ਦਾ ਅੱਜ ਉਹਨਾਂ ਤੇ ਬਿਆਨ ਆ ਤਾਜ਼ਾ ਜਿਹੜਾ ਮੈਂ ਦੇਖਿਆ, ਸੋ ਉੱਥੋਂ ਤਾਂ ਇਹ ਲੱਗਦਾ ਨਹੀਂ ਆ ਕਿ ਉਹਨਾਂ ਦੀ ਗੱਲ ਤੇ ਸਰਕਾਰ ਕੋਈ ਜ਼ਿਆਦਾ ਗੌਰ ਕਰੂਗੀ। ਤਾਂ ਮੈਂ ਉੱਥੇ ਉਹਨਾਂ ਨੂੰ ਇਹ ਸਲਾਹ ਦੇਣੀ ਚਾਹੁੰਦਾ, ਜੇ ਪੰਜਾਬ ਦੇ ਲੋਕਾਂ ਲਈ ਤੁਸੀਂ ਵਾਕਈ ਤੁਰਨਾ ਚਾਹੁੰਦੇ ਹੋ, ਫਿਰ ਕਾਂਗਰਸ ਜੇ ਤੁਹਾਡੀ ਪੁੱਛਗਿੱਛ ਨਹੀਂ ਹੈ, ਤੁਸੀਂ ਪੰਜਾਬ ਉਹਨਾਂ ਤੋਂ ਪਾਸੇ ਹੋ ਕੇ ਜੇ ਕੰਮ ਕਰੋ ਤਾਂ ਹੋ ਸਕਦਾ ਪੰਜਾਬ ਦਾ ਤੁਹਾਨੂੰ ਬਹੁਮਤ ਮਿਲ ਸਕੇ। ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ, ਹਾਲਾਂਕਿ ਉਹ ਮਨਜ਼ੂਰ ਨਹੀਂ ਹੋਇਆ, ਉਹ ਤੁਸੀਂ ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਵੀ ਦਰਦ ਹੈਗਾ ਵਾਕਿਆ ਦੇ ਵਿੱਚ? ਉਮੀਦ ਤਾਂ ਹੋਊਗੀ ਸਿੱਧੂ ਸਾਹਿਬ ਤੋਂ। ਦੇਖੋ ਜੀ, ਉਮੀਦਾਂ ਵਾਕਈ ਹੀ ਲੱਗ ਜਾਂਦੀਆਂ ਜਦੋਂ ਕੋਈ ਅਫਸਰ ਆਪਣੇ ਹੱਕ 'ਚ ਗੱਲ ਕਰਦਾ, ਉਹ ਚਾਹੇ ਆਪਦੇ ਰਾਜਨੀਤਿਕ ਮੁਨਾਫੇ ਲਈ ਕਰਦਾ ਹੋਵੇ, ਪਰ ਉਮੀਦ ਦੀ ਆਸ ਦੀ ਇੱਕ ਕਿਰਨ ਜਾਗ ਜਾਂਦੀ ਆ ਕਿ ਕਿਸੇ ਨਾ ਅਫਸਰ ਨੇ ਸਾਡੇ ਹੱਕ 'ਚ ਆਵਾਜ਼ ਚੱਕੀ ਆ। ਜਿਵੇਂ ਕਿ ਅਸੀਂ ਪਹਿਲਾਂ ਇਨਵੈਸਟੀਗੇਸ਼ਨ 'ਚ ਕਵਰ ਵਿਜੇ ਪ੍ਰਤਾਪ ਉਹਨਾਂ ਦਾ ਸਾਥ ਦਿੱਤਾ, ਬਖੂਬੀ ਤੁਹਾਨੂੰ ਪਤਾ ਹੈ, ਪਰ ਉਹ ਖਾਰਜ ਹੋਣੀ, ਉਹਨਾਂ ਦਾ ਪਾਸੇ ਜਾਣਾ, ਉਸੇ ਤਰ੍ਹਾਂ ਟੁੱਟ ਜਾਂਦਾ ਮਨ, ਕਿਸੇ ਤੇ ਯਕੀਨ ਕਰਨ ਨੂੰ ਜੀ ਨਹੀਂ ਕਰਦਾ ਕਿ ਅੱਜ ਇਹ ਬੰਦਾ ਆਵਾਜ਼ ਚੱਕ ਰਿਹਾ, ਕੱਲ ਨੂੰ ਲੋਕਾਂ ਨੇ ਇਹਨੂੰ ਸੱਤਾ ਦੇ ਵਿੱਚ ਲਿਆਉਣਾ। ਜਿਵੇਂ ਕੁੱਲ ਮਿਲਾ ਕੇ ਸਰਕਾਰ ਸਾਰੀ 2017 ਦੇ ਵਿੱਚ ਸੱਤਾ 'ਚ ਲੋਕਾਂ ਨੇ ਇਸ ਗੱਲ ਤੇ ਲੈ ਕੇ ਆਂਦੀ ਸੀ, ਉਸੇ ਤਰ੍ਹਾਂ ਪੂਰੀ ਸਰਕਾਰ ਤੋਂ ਯਕੀਨ ਉੱਠਣ ਦੇ ਨਾਲ ਇਹ ਵੀ ਉਸੇ ਸਰਕਾਰ ਦਾ ਹੀ ਪਾਰਟ ਨੇ। ਪਿੱਛੇ ਜੇ ਆ ਕੇ ਬੋਲੇ ਆ, ਸੋ ਕਿਤੇ ਨਾ ਕਿਤੇ ਮਨ 'ਚ ਸ਼ੰਕਾ ਜ਼ਰੂਰ ਆਉਂਦੀ ਆ ਕਿ ਰਾਜਨੀਤਿਕ ਲਾਹਾ ਲੈ ਸਕਦੇ ਆ, ਪਰ ਅਸਤੀਫੇ ਦੇਣਾ, ਉਹਨਾਂ ਦਾ ਪ੍ਰਵਾਨ ਨਾ ਕਰਨਾ, ਅਸਤੀਫਾ ਦੇ ਕੇ ਜਾਂ ਤਾਂ ਕਹਿਣ ਵੀ ਅਸੀਂ ਅਸਤੀਫਾ ਵਾਪਸ ਨਹੀਂ ਲੈ ਰਹੇ ਜਾਂ ਅਸਤੀਫਾ ਹੀ ਹੈ, ਉਸ ਤੋਂ ਬਾਅਦ ਲੋਕਾਂ ਦੇ ਵਿੱਚ ਆ ਕੇ ਖੜ ਜਾਣ ਕਿ ਆਹ ਗੱਲ ਹੈਗੀ ਆ, ਫਿਰ ਤਾਂ ਅਸੀਂ ਵੀ ਨਾਲ ਚੱਲਣ ਨੂੰ ਤਿਆਰ ਹਾਂ। ਪਰ ਉਸੇ ਪਾਰਟੀ ਦੇ ਵਿੱਚ ਰਹਿ ਕੇ ਕਿਵੇਂ ਜਿਹੜੇ ਨੇ ਅੱਜ ਤੱਕ ਉਹਨਾਂ ਦੇ ਕਹਿੰਦੇ ਤੇਜੀ ਨਹੀਂ ਬਦਲਿਆ, ਡੀਜੀ ਨਹੀਂ ਬਦਲਿਆ, ਉਸੇ ਤਰ੍ਹਾਂ ਇੱਕ ਪ੍ਰਧਾਨ ਪਾਰਟੀ ਦਾ ਹੋ ਕੇ ਉਹਦੀ ਨਹੀਂ ਸੁਣੀ ਜਾ ਰਹੀ, ਤੇ ਸਾਡੀ ਕਿਵੇਂ ਸੁਣੀ ਜਾਊਗੀ? ਮੈਂ ਜਾਂਦੇ ਜਾਂਦੇ ਇੱਕ ਲਾਸਟ ਪ੍ਰਸ਼ਨ ਲੈਣਾ ਚਾਹੂੰਗਾ, ਜੇ ਸਿੱਧੂ ਸਾਹਿਬ ਪਾਸੇ ਹੁੰਦੇ ਨੇ, ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਪਾਸੇ ਹੁੰਦੇ ਨੇ, ਫਿਰ ਤੁਸੀਂ ਨਾਲ ਚੱਲੋਗੇ ਉਹਨਾਂ ਦੇ, ਜਿਵੇਂ ਤੁਸੀਂ ਕੁੰਵਰ ਵਿਜੇ ਪ੍ਰਤਾਪ ਦੇ ਬੜਾ ਨਾਲ ਰਹੇ ਹੋ? ਦੇਖੋ, ਜੇ ਇਨਸਾਫ ਦੀ ਗੱਲ ਕਰਦੇ ਆ, ਇਨਸਾਫ ਨੂੰ ਲੈ ਕੇ ਕੋਈ ਨਾ ਕੋਈ ਚੰਗੇ ਰਾਹ ਤੇ ਪੰਜਾਬ ਦੇ ਵਿੱਚ ਆਪਾਂ ਕਹੀਏ ਖੇਤਰੀ ਪਾਰਟੀ, ਪੰਜਾਬ ਦੀ ਪਾਰਟੀ ਬਣਾਉਣ ਦੀ ਗੱਲ ਕਰਦੇ ਆ, ਤਾਂ ਜ਼ਰੂਰ ਉਸ ਬਾਰੇ ਸੋਚਿਆ ਜਾ ਸਕਦਾ, ਕਿਉਂਕਿ ਪੰਜਾਬ ਦੇ ਲੋਕ ਕੱਲਾ ਸੁਖਰਾਜ ਸਿੰਘ ਹੀ ਇਸ ਬੇਅਦਬੀ ਤੋਂ ਪੀੜਤ ਨਹੀਂ ਆ। ਪੰਜਾਬ ਦੇ ਵਿੱਚ 500 ਤੋਂ ਵੱਧ ਵਾਰ ਬੇਅਦਬੀ ਹੋ ਚੁੱਕੀ ਆ। ਕਾਂਗਰਸ ਸਰਕਾਰ ਜਿਹੜੀ ਇਸ ਚੀਜ਼ ਨੂੰ ਲੈ ਕੇ ਆਈ ਸੀਗੀ ਬੇਅਦਬੀ ਰੋਕਾਂਗੇ, ਰੋਕਣਾ ਤਾਂ ਕੀ ਸੀ, ਉਹਦੇ ਰਾਜ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਵੀ ਅੱਗਾਂ ਲੱਗ ਗਈਆਂ। ਸੋ ਇੱਥੋਂ ਇਹ ਸਾਬਤ ਹੁੰਦਾ ਕਿ ਪੰਜਾਬ ਦੇ ਅਨੇਕਾਂ ਮੁੱਦੇ ਆ, ਉਹਨਾਂ ਨੂੰ ਇਹ ਸਰਕਾਰ ਨੇ ਪਾਸੇ ਰੱਖਤਾ, ਇਕੱਲੀ ਬੇਅਦਬੀ ਤੇ ਫੋਕਸ ਕਰਕੇ ਉਹਨੂੰ ਵੀ ਨਹੀਂ ਬਚਾ ਸਕੀ, ਬੇਅਦਬੀ ਵੀ ਪੰਜਾਬ ਦੇ ਵਿੱਚੋਂ ਨਹੀਂ ਰੋਕ ਸਕੀ, ਤੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ, ਅਧਿਆਪਕਾਂ ਦਾ ਮੁੱਦਾ, ਪਾਣੀਆਂ ਦਾ ਮੁੱਦਾ, ਨਸ਼ਿਆਂ ਦਾ ਮੁੱਦਾ, ਹੋਰ ਪੰਜਾਬ ਦੇ ਵਿੱਚ ਜਿਹੜਾ ਗੈਂਗਵਾਰ ਵੱਧ ਰਿਹਾ ਉਹਦਾ ਮੁੱਦਾ, ਉਹਨੂੰ ਕਿਵੇਂ ਕਿੱਥੋਂ ਪੰਜਾਬ ਸਰਕਾਰ ਜਿਹੜੀ ਸੰਜੀਦਗੀ ਨਾਲ ਲਊਗੀ? ਸੋ ਇੱਥੋਂ ਮੈਂ ਸਿੱਧੂ ਸਾਹਿਬ ਨੂੰ ਇਹੀ ਰਿਕੁਐਸਟ ਕਰਦਾ ਕਿ ਜੇ ਨਹੀਂ ਜ਼ਿਆਦਾ ਚੱਲਦੀ ਤਾਂ ਪਾਸੇ ਕਰ ਦਿੱਤਾ ਜਾਂਦਾ। ਇੱਥੇ ਇੱਕ ਉਦਾਹਰਨ ਹੋਰ ਫਿੱਟ ਹੁੰਦੀ ਆ, ਪਹਿਲੀ ਵਾਰ ਹੋਇਆ ਕਿ ਜੇ ਆਪਣੇ ਕੋਈ ਮੰਦਬੁੱਧੀ ਹੋਵੇ ਨਾ, ਆਪਾਂ ਉਹਨੂੰ ਮੂੰਹ ਤੇ ਕਹੀਏ ਮੰਦਬੁੱਧੀ ਆ, ਉਹ ਗੁੱਸਾ ਕਰਦਾ। ਸਿੱਧੂ ਸਾਹਿਬ ਇਕੱਲੇ ਪ੍ਰਧਾਨ ਨਹੀਂ ਲਾਏ, ਨਾਲ 4 ਕਾਰਜਕਾਰੀ ਪ੍ਰਧਾਨ ਲਾਏ ਆ। ਜੇ ਆਪਾਂ ਕਹੀਏ ਮੰਦਬੁੱਧੀ ਨੂੰ ਘਰੋਂ ਤੋਰਨਾ, ਉਹਦੇ ਨਾਲ 2 ਘਰ ਦੇ ਤੋਰ ਦਿੰਨੇ ਆ ਕਿ ਜਾ ਕਾਕਾ ਤੂੰ ਆ ਕੰਮ ਕਰਿਆ, 2 ਤੁਸੀਂ ਇਹਨੂੰ ਨਾਲ ਲੈ ਜਾਓ, ਕਿ ਉਹ ਖਿਆਲ ਰੱਖਣ। ਉਸੇ ਤਰ੍ਹਾਂ ਸਿੱਧੂ ਸਾਹਿਬ ਨੂੰ ਪ੍ਰਧਾਨ ਜ਼ਰੂਰ ਲਾਇਆ ਗਿਆ, ਪਰ 4 ਕਾਰਜਕਾਰੀ ਨਾਲ ਲਾਤੇ ਆ ਕਿ ਵੀ ਇਹ ਵੀ ਖਿਆਲ ਰੱਖਣ ਸਿੱਧੂ ਸਾਹਿਬ ਦਾ। ਡਿਪਟੀ ਸੀਐਮ ਸਾਹਿਬ ਤੇ ਸੀਐਮ ਸਾਹਿਬ ਪਹਿਲੀ ਵਾਰੀ ਪੋਸਟਾਂ 3 ਬਣੀਆਂ ਪੰਜਾਬ ਦੇ ਵਿੱਚ ਕਿ ਸੀਐਮ ਤੇ ਹਾਈ ਕਮਾਂਡ ਨੂੰ ਯਕੀਨ ਨਹੀਂ, ਨਾਲ 2 ਖੱਬੇ ਸੱਜੇ ਫਿਰ ਲਾਤੇ ਕਿ ਡਾਵਾਡੋਲ ਨਾ ਹੋ ਜਾਏ, ਇਹਨੂੰ ਦੱਸਦੇ ਰਹਿਣਗੇ। ਸੋ ਆਹ ਤਾਂ ਪੰਜਾਬ 'ਚ ਦੇ ਵਿੱਚ ਕਾਂਗਰਸ ਦੀ ਕੰਡੀਸ਼ਨ ਹੋਈ ਵੀ ਆ ਕਿ ਇੱਕ ਮੰਦਬੁੱਧੀ ਬੰਦੇ ਦੀ ਤਰ੍ਹਾਂ ਨਾਲ 2 ਸਹਾਇਕ ਲਾਏ ਹੋਏ ਆ ਸਾਰੇ ਪਾਸੇ, ਤੇ ਉਸੇ ਤਰ੍ਹਾਂ ਸਿੱਧੂ ਹੋਣਾ ਦੇ ਨਾਲ 4 ਲਾਤੇ ਆ, ਤਾਂ ਕੀ ਪੰਜਾਬ ਦੀ ਵਾਂਗਡੋਰ ਸੰਭਾਲ ਸਕਣਗੇ? ਜਿਵੇਂ ਪਿਛਲੇ ਦਿਨਾਂ ਦੇ ਵਿੱਚ ਚੰਨੀ ਸਾਹਿਬ ਜਦੋਂ ਦੇ ਮੁੱਖ ਮੰਤਰੀ ਬਣੇ ਨੇ, ਬੜੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ। ਉਹਨਾਂ ਨੇ ਕਿਹਾ ਹੈਗਾ ਵੀ ਮੈਂ ਇੱਕ ਆਮ ਬੰਦਾ ਗਾ, ਹੋਰ ਵੀ ਜਿਹੜੀਆਂ ਗੱਲਾਂ ਆਉਂਦੀਆਂ ਆਈਆਂ, ਧਰਾਤਲ ਦੀ ਗੱਲ ਬੜੀ ਕਰ ਰਹੇ ਨੇ ਉਹ। ਤੁਹਾਨੂੰ ਲੱਗਦਾ ਗਾ ਵੀ ਮਸਲਾ ਹੱਲ ਹੋ ਜਾਊਗਾ? ਜਿਵੇਂ ਉਹਨਾਂ ਨੇ ਕਿਹਾ ਵੀ ਅਸੀਂ ਕਰਕੇ ਦਿਖਾਵਾਂਗੇ ਸਾਰਾ। ਮੈਂ ਗੱਲ ਕਰਨਾ, ਕਰਕੇ ਦਿਖਾਉਣ ਤਾਂ ਮੰਨਦੇ ਆ ਹੋਵੇ, ਗੱਲਾਂ ਨਾ ਕਰਨ। ਗੱਲਾਂ ਦਾ ਕੜਾਹ ਤਾਂ 2017 ਤੋਂ ਹੀ ਬਣਦਾ ਆ ਰਿਹਾ, ਹੁਣ ਨਾ ਬਣੇ। ਜੇ 15-16 ਕਰੋੜ ਦੀ ਪ੍ਰਾਪਰਟੀ ਵਾਲਾ ਗਰੀਬ ਹੁੰਦਾ ਹੈ, ਜਿਵੇਂ ਹਰ ਵਾਰ ਕਹਿੰਦੇ ਵੀ ਗਰੀਬ ਹੈ, ਤਾਂ ਫਿਰ ਉਹ ਹਰ ਇੱਕ ਬੰਦਾ ਬਣਨ ਨੂੰ ਤਿਆਰ ਆ। ਉਹ ਗਰੀਬ ਸਖਰਾਜ ਵੀ ਬਣਨ ਨੂੰ ਤਿਆਰ ਆ। ਕਹਿਣਾ ਸੌਖਾ, ਪਰ ਉਹਦੇ ਪਿੱਛੇ ਜਾ ਕੇ ਦੇਖੋ ਵੀ ਆਪਾਂ ਹੈ ਕੀ ਆ। ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਦਾ, ਮਿਹਨਤ ਹੁੰਦੀ ਆ, ਹਰ ਇੱਕ ਦੀ ਹੁੰਦੀ ਆ। ਪਰ ਜੇ ਆਪਾਂ ਅੱਜ ਵੀ ਕਹੀਏ ਵੀ ਅਸੀਂ ਗਰੀਬ ਆ, ਫਿਰ ਉਹ ਕਿਤੇ ਨਾ ਕਿਤੇ ਸ਼ੰਕਾ ਚ ਆਉਂਦੇ ਆ। ਮਤਲਬ ਵੀ ਮੁੱਖ ਮੰਤਰੀ ਤੋਂ ਸੁਖਰਾਜ ਸਿੰਘ ਨੂੰ ਕੋਈ ਉਮੀਦ ਨਹੀਂ, ਪਾਰਟੀ ਪ੍ਰਧਾਨ ਤੋਂ ਹੈ ਮਾੜੀ ਮੋਟੀ? ਪਾਰਟੀ ਪ੍ਰਧਾਨ ਜਿਸ ਹਿਸਾਬ ਨਾਲ ਮੁੱਖ ਮੰਤਰੀ ਨੂੰ ਵੱਡੇ ਸਟੈਂਡ ਲੈ ਰਹੇ ਆ, ਤਾਂ ਹੋ ਸਕਦਾ ਪਾਰਟੀ ਪ੍ਰਧਾਨ ਤੋਂ ਉਮੀਦ ਹੋਵੇ। ਮੁੱਖ ਮੰਤਰੀ ਦਾ ਸਟੈਂਡ ਅੱਜ ਵੀ ਉਹ ਕਹਿ ਰਿਹਾ ਵੀ ਏਜੀ ਨਹੀਂ ਬਦਲਿਆ ਜਾ ਸਕਦਾ, ਹਾਲਾਂਕਿ ਸਾਰਿਆਂ ਨੂੰ ਪਤਾ ਹੈ। ਪ੍ਰਧਾਨ ਦਾ ਸਟੈਂਡ ਇਹ ਆ ਵੀ ਏਜੀ ਬਦਲਿਆ ਜਾਵੇ, ਫਿਰ ਇਨਸਾਫ ਦੀ ਗੱਲ ਹੋਊਗੀ। ਉਸੇ ਤਰ੍ਹਾਂ ਹੀ ਨਵੇਂ ਨਾਲ ਨਿਯੁਕਤ ਕੀਤੇ RS ਬੈਂਸ ਜਿਹੜੇ ਇਸ ਬੇਅਦਬੀ ਕੇਸ ਤੇ ਲਾਤੇ ਜੀ, ਬਾਈ ਜੀ ਬਹੁਤ ਚੰਗੇ ਵਕੀਲ ਆ, ਚੰਗਾ ਨਾਮ ਆ, ਚੰਗੇ ਪਾਸੇ ਉਹਨਾਂ ਨੇ ਜਿਹੜੇ ਸਾਰੇ ਕੇਸ ਚੰਗੇ ਤਰੀਕੇ ਨਾਲ ਲੜੇ ਆ, ਇੱਕ ਨਾਮਵਰ ਵਕੀਲ ਆ। ਮੈਂ ਸਮਝਦਾ ਵੀ ਉਹਨਾਂ ਦਾ ਨਾਮ ਖਰਾਬ ਕਰਨ ਲਈ ਉਹਨਾਂ ਨੂੰ ਅੱਜ ਇਹਨਾਂ ਨੇ ਸਾਈਡ ਤੇ ਲਾਤਾ। ਕੀ RS ਬੈਂਸ ਬੇਅਦਬੀ ਦੇ ਕੇਸਾਂ ਦੇ ਵਿੱਚ ਸੈਣੀ ਨੂੰ ਗ੍ਰਿਫਤਾਰ ਕਰ ਪਾਉਣਗੇ?
ਉਹਦੀ ਲਈ ਹੋਈ ਜ਼ਮਾਨਤ ਖਾਰਜ ਕਰਾਉਣਗੇ? ਨਹੀਂ ਕਰਾ ਸਕਦੇ। ਲੋਕਾਂ ਦੇ ਵਿੱਚ ਇਮੇਜ ਬਣ ਜਾਣੀ ਹੈ ਕਿ ਬੈਂਸ ਨੇ ਨਹੀਂ ਕੀਤਾ, ਇਹਨਾਂ ਨੇ ਕਹਿ ਦੇਣਾ ਅਸੀਂ ਬੈਂਸ ਲਾਤਾ ਸੀ, ਬੈਂਸ ਕਰ ਸਕਦਾ ਸੀ। ਸੋ ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਪਾ ਰਹੇ ਆ। ਉਹ ਚਾਹੇ ਮੁੱਖ ਮੰਤਰੀ ਆ, ਮੁੱਖ ਮੰਤਰੀ ਸਾਹਿਬ ਦਾ ਮੈਂ ਪਹਿਲੇ ਦਿਨ ਜਦੋਂ ਬਿਆਨ ਸੁਣਿਆ ਸੀ ਦਰਬਾਰ ਸਾਹਿਬ ਤੋਂ, ਕਹਿੰਦੇ ਵੀ 18 ਨਕੋਤੀ ਸ਼ਾਇਦ ਇਹਨਾਂ ਨੇ ਕੋਈ ਪ੍ਰੋਗਰਾਮ ਰੱਖਿਆ ਸੀ, ਉਹਦੇ ਵਿੱਚ ਕਹਿੰਦੇ ਉਹਦੇ ਵਿੱਚ ਪਹਿਲਾ ਮੁੱਦਾ ਬੇਅਦਬੀ ਦਾ ਰੱਖਿਆ। ਕਹਿੰਦੇ ਸਭ ਤੋਂ ਪਹਿਲਾਂ ਅਸੀਂ ਗੁਰੂ ਨੂੰ ਇਨਸਾਫ ਲੈ ਕੇ ਦੇਣਾ। ਸੋ ਮੈਂ ਉੱਥੇ ਜੇ ਹਿਸਾਬ ਲਾ ਲਿਆ ਸੀ ਵੀ ਜੇ PhD ਕੀਤੀ ਵੀ ਆ ਜਾਂ ਕਰ ਰਹੇ ਆ ਤਾਂ ਉਹਨੂੰ ਇੰਨਾ ਕੁ ਵੀ ਆਪਾਂ ਭੰਬਲ ਭੂਸੇ ਚ ਨਾ ਪਈਏ ਕਿ ਗੁਰੂ ਸਰਬ ਕਲਾ ਸਮਰੱਥ ਹੈ, ਅਸੀਂ ਉਹਦੇ ਅੱਗੇ ਅਰਦਾਸ ਆਪਦੀ ਚੜ੍ਹਦੀ ਕਲਾ ਦੀ ਕਰਦੇ ਆ, ਤਾਂ ਉਹਨੂੰ ਅਸੀਂ ਇਨਸਾਫ ਨਹੀਂ ਲੈ ਕੇ ਦੇ ਸਕਦੇ। ਗੁਰੂ ਦੇ ਓਟ ਆਸਰੇ ਨਾਲ ਹੋਈ ਬੇਅਦਬੀ ਦਾ ਇਨਸਾਫ ਲੈਣਾ, ਇਹ ਗੱਲ ਤਾਂ ਬਣ ਸਕਦੀ ਹੈ। ਪਰ ਉਹ ਜਿਹੜੇ ਅੱਜ ਵੀ ਆਪਣੀਆਂ ਗੱਲਾਂ ਤੇ ਖੜੇ ਆ ਜਾਂ ਕਹੀਏ ਵੀ ਪਹਿਲਾ ਮੁੱਦਾ ਲੈ ਕੇ ਆਏ ਆ, ਇਨਵੈਸਟੀਗੇਸ਼ਨ ਬਾਈ ਜੀ ਕੰਪਲੀਟ ਨਹੀਂ ਇਹਨਾਂ ਦੀ ਜੀ, ਉਹ ਪੂਰੀ ਚੜੀ ਨਹੀਂ ਸਿਰੇ। ਦੋਸ਼ੀ ਆ ਜਿਹੜੇ ਜੇਲ੍ਹਾਂ ਤੋਂ ਬਾਹਰ ਫਿਰਦੇ ਆ, ਬੇਅਦਬੀ ਦੇ ਵਿੱਚ ਭਗੌੜੇ ਕਰਾਰ ਦਿੱਤੇ, ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੇ। 5 ਜਿਹੜੇ ਫੜੇ ਆ 6ਵੇਂ ਤੇ ਜਾਂਚ ਨਹੀਂ ਲਿਜਾ ਸਕੇ। ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਜਿਹੜਾ ਸਰੂਪ 2015 ਦੇ ਵਿੱਚ ਚੋਰੀ ਕੀਤਾ ਕਿੱਥੇ ਆ। 5 ਬੰਦੇ ਡੇਰਾ ਪ੍ਰੇਮੀ ਆ, ਉਹਨਾਂ ਤੋਂ ਇਹ ਨਹੀਂ ਇਹ ਪੁੱਛ ਸਕੇ ਉਹ ਰਹਿੰਦਾ ਸਰੂਪ ਕਿੱਥੇ, ਉਹ ਬਰਾਮਦ ਨਹੀਂ ਕਰਾ ਸਕੇ। ਇਨਸਾਫ ਕੀ ਲੈ ਕੇ ਦੇਣਾ ਇਹਨਾਂ ਨੇ? ਦੋਸ਼ੀ ਇਹਨਾਂ ਤੇ ਹੈਵੀ ਹੋ ਚੁੱਕਿਆ। ਰਾਮ ਰਹੀਮ ਨੂੰ ਅੱਜ ਤੱਕ ਇਹ FIR ਦੇ ਵਿੱਚ ਇਨਵੋਲਵਮੈਂਟ ਨਹੀਂ ਕਰ ਸਕੇ ਉਹਦੀ ਸਿੱਧੀ ਤਰੀਕੇ ਨਾਲ ਵੀ ਉਹਦੇ ਤੱਕ ਪੁੱਛਗਿੱਛ ਪਹੁੰਚ ਸਕੇ। ਦੂਸਰੇ ਪਾਸੇ ਸੈਣੀ ਹੈ, ਉਹ ਜ਼ਮਾਨਤ ਲਈ ਬੈਠਾ, ਸਾਰਾ ਕੇਸ 2022 ਤੱਕ ਬਾਈ ਜ਼ੀਰੋ ਕਰੀ ਬੈਠੇ ਆ। ਸਿਰਫ ਲੋਕਾਂ ਨੂੰ ਇੱਕ, ਜੇ ਅੱਜ ਸਿੱਧੂ ਸਾਹਿਬ ਦੀ ਆਪਾਂ ਗੱਲ ਕਰੀਏ ਉਹ ਸਹੀ ਕੁਝ ਕੁ ਸਹੀ ਕਹਿ ਗਏ, ਮੱਲਮ ਲਾਉਣ ਦੀ ਥਾਂ ਤੇ ਨੂਣ ਪਾਉਣ ਦਾ ਕੰਮ ਕਰ ਰਹੇ ਆ। ਕੁਛ ਕੁ ਨਿਯੁਕਤੀਆਂ ਉੱਦਾਂ ਦੀਆਂ ਕਰਤੀਆਂ ਤੇ ਕੁਛ ਕੁ ਜਿਹੜੀਆਂ ਇਨਵੈਸਟੀਗੇਸ਼ਨਾਂ ਉੱਥੇ ਰੋਕੀਆਂ, ਜਿਹੜੀ ਨੂੰ 3 ਮਹੀਨੇ ਦਾ ਟਾਈਮ ਦਿੱਤਾ ਸੀ, ਅੱਜ 3 ਮਹੀਨੇ ਬਾਈ ਉੱਪਰ ਹੋ ਗਏ ਆ। ਮੈਂ ਯਾਦ ਕਰਵਾ ਦਿਆਂ ਉਹਨਾਂ ਨੂੰ ਵੀ 3 ਮਹੀਨੇ ਤੋਂ ਉੱਪਰ ਹੋ ਗਿਆ। ਕਿੱਥੇ 3 ਮਹੀਨੇ 'ਚ ਰਿਪੋਰਟ ਦੇਣੀ ਸੀਗੀ? 15 ਦਿਨਾਂ ਨੂੰ 20 ਦਿਨਾਂ ਨੂੰ, ਹੋ ਸਕਦਾ ਮਹੀਨੇ ਨੂੰ ਇਲੈਕਸ਼ਨ ਕੋਡ ਲੱਗ ਜਾਣਾ, ਮੁੜ ਕੇ ਇਹਨਾਂ ਸਾਰਿਆਂ ਨੇ ਹੱਥ ਖੜੇ ਕਰ ਦੇਣੇ ਆ ਕਿ ਸਾਡੇ ਹੱਥ ਖੜੇ ਆ, ਇਲੈਕਸ਼ਨ ਕਮਿਸ਼ਨ ਦਾ ਜ਼ੋਰ ਆ, ਸਾਡੀ ਕਿਸ ਦੀ ਚੱਲਦੀ ਨਹੀਂ ਆ। ਸੋ ਕੁੱਲ ਮਿਲਾ ਕੇ 2022 ਤੱਕ ਬੇਅਦਬੀ ਦਾ ਇਨਸਾਫ ਇਹਨਾਂ ਸਰਕਾਰਾਂ ਵੱਲੋਂ ਭੁੱਲ ਜਾਓ ਮਿਲੂਗਾ। ਅਸੀਂ ਆਸ ਛੱਡੀ ਹੋਈ ਆ। ਪੰਜਾਬ ਦੇ ਲੋਕਾਂ ਨੂੰ ਮੈਂ ਕਹਿੰਦਾ ਵੀ ਆਸ ਇਹਨਾਂ ਤੇ ਨਾ ਰੱਖੋ, ਆਪ ਉਸ ਕਾਬਲ ਬਣੋ ਜਿਵੇਂ ਬੇਅਦਬੀ ਕਰਦਾ ਦੀਂਦਾ। ਮੈਂ ਕਹਿੰਦਾ 6 ਸਾਲ ਮੈਂ ਭੜਕਿਆ, ਉਸ ਥਾਂ ਤੇ ਭੜਕਣ ਦੀ ਥਾਂ ਤੇ ਉਹ ਗੋਲੀ ਕਾਂਡ ਕਰਨ ਵਾਲੇ ਮੇਰੇ ਸਾਹਮਣੇ ਅਨੇਕਾਂ ਵਾਰ ਲੰਘੇ ਆ, ਉਹਨਾਂ ਨੂੰ ਟਪਾਇਆ ਹੁੰਦਾ, 2-4 ਸਾਲ ਜੇਲ੍ਹ ਚਲਾਏ ਹੁੰਦੇ ਤਾਂ ਅੱਜ ਸੰਤੁਸ਼ਟੀ ਹੁੰਦੀ ਵੀ ਅਸੀਂ ਬੇਅਦਬੀ ਵਾਲਿਆਂ ਨੂੰ, ਗੋਲੀ ਵਾਲਿਆਂ ਨੂੰ ਟਪਾਤਾ, ਉਹ ਕੀੜਾ ਖਤਮ ਕਰਤਾ। ਸੋ ਉਹ ਰਾਹ ਸਾਨੂੰ ਅਪਣਾਉਣ ਲਈ ਸਰਕਾਰਾਂ ਮਜਬੂਰ ਕਰ ਰਹੀਆਂ ਕਿ ਸੁਖਰਾਜ ਸਿੰਘ 2015 ਤੋਂ ਲੈ ਕੇ 2021 ਤੱਕ ਸ਼ਾਂਤਮਈ ਚੱਲਦਾ ਆਇਆ, ਸ਼ਾਂਤਮਈ ਚੱਲਿਆ। ਉਸੇ ਇਹਨਾਂ ਦੇ ਪ੍ਰੈਸਟੀਕੂਸਟਰ ਦੇ ਵਿੱਚ ਚੱਲਿਆ ਵੀ ਉਹ ਜਿਹੜੇ ਵੇ ਬਣਾਏ ਆ ਕਾਨੂੰਨ ਦੇ, ਉਹਨਾਂ ਦੇ ਵਿੱਚ ਰਹਿ ਕੇ ਵਕੀਲਾਂ ਦੇ ਨਾਲ ਗੱਲਬਾਤ ਕਰਕੇ ਚੱਲੇ ਆ, ਪਰ ਨਿਕਲਣ ਪਾਉਣ ਨੂੰ ਕੱਢਣ ਨੂੰ ਕੁਛ ਨਹੀਂ ਰਿਹਾ, ਜ਼ੀਰੋ ਰਿਹਾ। ਤਾਂ ਅੱਜ ਖੜੇ ਉੱਥੇ ਆ ਕਿ ਬਈ ਇਹਨੂੰ ਥਾਂ 'ਤੇ ਹੀ ਖਤਮ ਕੀਤਾ ਜਾਵੇ ਕੰਮ ਨੂੰ, ਵੀ ਜਿਹੜਾ ਕਰਦਾ ਉਹਨੂੰ ਥਾਂ 'ਤੇ ਖਤਮ ਕਰੋ, ਅਗਲਾ 100 ਵਾਰੀ ਸੋਚੇ ਕਰਨ ਤੋਂ ਪਹਿਲਾਂ। ਜੀ ਸੁਖਰਾਜ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਧੰਨਵਾਦ ਜੀ। ਸੋ ਇਹ ਸੀ ਸੁਖਰਾਜ ਸਿੰਘ ਭਾਈ ਕ੍ਰਿਸ਼ਨ ਭਗਵਾਨ ਦੇ ਸਪੁੱਤਰ ਨੇ। ਸੋ ਜੇ ਅਸੀਂ ਗੱਲ ਕਰਦੇ ਹਾਂ ਬੇਅਦਬੀ ਦੀ ਜਾਂ ਬਾਈਬਲ ਕਲਾਂ ਗੋਲੀकांड ਦੀ ਗੱਲ ਹੁੰਦੀ ਆ, ਕੋਟਪੁਰਾ ਗੋਲੀकांड ਦੀ ਗੱਲ ਹੁੰਦੀ ਆ, ਸਮੇਂ-ਸਮੇਂ ਸਿਰ ਤੇ ਅਸੀਂ ਸੁਖਰਾਜ ਸਿੰਘ ਜਾਂ ਜਿਹੜੇ ਹੋਰ ਗਵਾਹ ਨੇ ਉਹਨਾਂ ਦੀਆਂ ਮੁਲਾਕਾਤਾਂ ਲੈ ਕੇ ਮਹੀਨੇ ਦੇ ਵਿੱਚ 1-2 ਵਾਰੀ ਅਸੀਂ ਜ਼ਰੂਰ ਆਉਣੇ ਆ, ਕਿਉਂਕਿ ਇਸ ਮੁੱਦੇ ਨੂੰ ਲੈ ਕੇ ਸਰਕਾਰ ਬਣੀ ਆ ਤੇ ਇਸ ਮੁੱਦੇ ਨੂੰ ਲੈ ਕੇ ਹੀ ਸ਼ਾਇਦ ਹੋ ਸਕਦਾਗਾ ਵੀ ਅਗਲੀ ਵਾਰ ਜਿਹੜਾ ਇਹ ਸਿਆਸੀ ਪੱਤਾ ਖੇਡਿਆ ਜਾਣਾਗਾ 22 ਦੇ ਵਿੱਚ, ਉਹ ਵੀ ਇਹ ਮੁੱਦੇ ਦੇ ਆਸੇ-ਪਾਸੇ ਹੀ ਖੇਡਿਆ ਜਾਣਾਗਾ। ਫਿਰ ਮੁਲਾਕਾਤ ਕਰਾਂਗੇ ਕਿਸੇ ਹੋਰ ਮੁੱਦੇ ਦੇ ਉੱਤੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।